ਵਾਹਿਗੁਰੂ ਸਾਹਿਬ ਜੀਓ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਸਾ ਇਮ ਜਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਸਾ ਇਮ ਜਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤਮਈ ਬਚਨ, ਜਿਨ੍ਹਾਂ ਪਾਵਨ ਬਚਨਾਂ ਦੀ ਵਿਚਾਰ ਆਪ ਜੀ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਆਪ ਆਪਣੇ ਜੀਵਨ ਦੇ ਸੰਸਾਰਿਕ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਇਸ ਸਮੇਂ ਨੂੰ ਸਫਲਾ ਕਰ ਰਹੇ ਹੋ। ਇਹ ਪਾਵਨ ਪੌੜੀ ਜੋ ਆਨੰਦ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 919 ਅੰਗ ਤੇ ਸੁਭਾਈਮਾਨ ਹੈ। ਇਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਆਪ ਜਿਤਨੇ ਤਨ ਸਤਿਗੁਰ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਅੰਮ੍ਰਿਤਮਈ ਬਾਣੀ ਦੇ ਅੰਦਰ ਸਾਡੇ ਜੀਵਨ ਦਾ ਐਸਾ ਕੋਈ ਵੀ ਵਿਸ਼ਾ ਨਹੀਂ, ਸਬਜੈਕਟ ਨਹੀਂ, ਜਿਹਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਾਵਨ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਟੱਚ ਨਹੀਂ ਕੀਤਾ, ਛੂਹਿਆ ਨਹੀਂ। ਬੜੀ ਬਾਰੀਕੀ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੀਵਨ ਦੇ ਹਰ ਕਰਮ ਦੇ ਵਿੱਚੋਂ ਕਿਵੇਂ ਕਰਤੇ ਤੱਕ ਪਹੁੰਚਿਆ ਜਾ ਸਕਦਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਮਿਹਰਮਤ, ਇਹ ਬਖਸ਼ਿਸ਼ ਇਸ ਅੰਮ੍ਰਿਤ ਬਾਣੀ ਦੇ ਅੰਦਰ ਕੀਤੀ ਹੈ। ਅੱਜ ਇਹ ਜੋ ਪਾਵਨ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਕਰਮੀ ਸਹਿਜ ਨਾ ਉਪਜੈ। ਕਰਮੀ ਸ਼ਬਦ ਦਾ ਭਾਵ ਹੈ ਕਰਮ ਦੇ ਨਾਲ
ਤੇ ਕਰਮ ਦਾ ਭਾਵ ਹੈ ਬਾਹਰੀ ਭੇਖ ਦੇ ਨਾਲ। ਸਤਿਗੁਰ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਇੱਕ ਗੱਲ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਵਾਰ-ਵਾਰ ਸਮਝਾਉਣ ਦਾ ਯਤਨ ਕੀਤਾ ਹੈ ਕਿ ਧਰਮ ਸਿਰਫ ਬਾਹਰ ਦੇ ਭੇਖ ਜਾਂ ਪਹਿਰਾਵੇ ਦਾ ਨਾਮ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਹੁਤ ਪਿਆਰੇ ਅੰਮ੍ਰਿਤ ਬਚਨ ਸੂਹੀ ਕੀ ਵਾਰ ਵਿੱਚ ਬਖਸ਼ਿਸ਼ ਕੀਤੇ ਨੇ। ਸਭ ਕਹਿੰਦੇ ਨੇ ਸੁਹਬ ਤਾਂ ਸੁਹਾਗਣੀ ਜਾਂ ਮਨ ਲੈ ਸਚ ਨਾਉ। ਤੂੰ ਤਾਂ ਸੁਹਬ ਭਾਵ ਸੂਹੇ ਵੇਸ਼ ਵਾਲੀ ਏ, ਤੂੰ ਤਾਂ ਸੁਹਾਗਣ ਏ। ਸੂਹੇ ਵੇਸ਼ ਤੋਂ ਭਾਵ ਹੈ ਧਰਮੀ, ਸੁਹਾਗਣ ਤੋਂ ਭਾਵ ਹੈ ਪਰਮਾਤਮਾ ਨਾਲ ਜੁੜੀ ਹੋਈ। ਤੂੰ ਤਾਂ ਧਰਮੀ ਹੈ, ਤੂੰ ਤਾਂ ਸੁਹਾਗਣ ਹੈ, ਰੱਬ ਨਾਲ ਜੁੜੀ ਹੋਈ ਹੈ। ਜੇ ਤੂੰ ਹੈ ਜੀਵ ਇਸਤਰੀ ਉਸ ਪਰਮਾਤਮਾ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਮੰਨ ਲੈ। ਮੰਨਣ ਦਾ ਭਾਵ ਹੈ ਆਪਣਾ ਅਕੀਦਾ ਬਣਾ ਲੈਣਾ, ਆਪਣਾ ਮਨ ਬਣਾ ਲੈਣਾ ਔਰ ਉਸ ਅੰਮ੍ਰਿਤ ਬਚਨ ਨੂੰ ਆਪਣੇ ਜੀਵਨ ਦੇ ਕਰਮ ਦੇ ਅੰਦਰ ਸ਼ਾਮਲ ਕਰ ਲੈਣਾ। ਸਭ ਕਹਿੰਦੇ ਨੇ ਤੂੰ ਤਾਂ ਸੁਹਾਗਣ ਏ, ਤੂੰ ਤਾਂ ਸੂਹੇ ਵੇਸ਼ ਵਾਲੀ ਏ। ਇਹਦਾ ਮਤਲਬ ਹੈ ਤੂੰ ਤਾਂ ਧਰਮੀ ਏ ਜੇ ਤੂੰ ਆਪਣੇ ਪ੍ਰੀਤਮ ਖਸਮ ਮਾਲਕ ਦੇ ਅੰਮ੍ਰਿਤ ਨਾਮ ਨੂੰ ਮੰਨ ਲੈ। ਤੇ ਜੇ ਤੂੰ ਆਪਣੇ ਮਾਲਕ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਕੀਤਾ ਹੀ ਨਹੀਂ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਲੋਕਾ ਵੇਹੋਂ ਸੂਹਵੀ ਸੂਹਾ ਵੇਸ਼ ਕਰੀ, ਵੇਸ਼ੀ ਸ਼ੋਹ ਨਾ ਪਾਈਏ ਕਰ ਕਰ ਵੇਸ਼ ਰਹੀ। ਇਹ ਦੁਨੀਆ ਦੇ ਲੋਕੋ ਮੈਂ ਸੂਹੇ ਵੇਸ਼ ਵਾਲੀ ਬਣ ਗਈ ਹਾਂ, ਮੈਂ ਬਾਹਰੀ ਭੇਖ ਧਾਰਨ ਕਰ ਲਿਆ। ਪਰ ਬਾਹਰੀ ਭੇਖ ਧਾਰਨ ਕਰਕੇ ਗੁਰੂ ਦੀ ਗੱਲ ਸਮਝ ਕੇ ਮੈਨੂੰ ਇੰਨੀ ਕੁ ਗੱਲ ਸਮਝ ਵਿੱਚ ਆਈਏ ਕਿ ਸਿਰਫ ਬਾਹਰੀ ਭੇਖ ਦੇ ਨਾਲ ਮੈਂ ਆਪਣੇ ਖਸਮ, ਆਪਣੇ ਮਾਲਕ, ਆਪਣੇ ਪਰਮਾਤਮਾ ਨਾਲ ਨਹੀਂ ਮਿਲ ਸਕਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਇਹਨਾਂ ਅੰਮ੍ਰਿਤ ਬਚਨਾਂ ਨੂੰ ਸਤਿਗੁਰ ਨੇ ਅੰਮ੍ਰਿਤਮਈ ਬਾਣੀ ਦੇ ਅੰਦਰ ਬੜਾ ਖੁੱਲ੍ਹ ਕੇ ਸੰਸਾਰ ਲੋਕਾਂ ਨੂੰ, ਦੁਨਿਆਵੀ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਆਮ ਬੰਦਾ, ਧਾਰਮਿਕ ਇਨਸਾਨ ਜਾਂ ਧਰਮ ਦੇ ਬਣੇ ਹੋਏ ਜਿਹੜੇ ਦੁਨਿਆਵੀ ਕਰਮ ਸਨ ਜਾਂ ਰਸਮਾਂ ਸਨ, ਆਮ ਬੰਦਾ ਉਹਨਾਂ ਰਸਮਾਂ ਤੇ ਕਦੀ ਸਵਾਲ ਨਹੀਂ ਸੀ ਚੁੱਕ ਸਕਦਾ। ਉਹ ਕਰਮ ਉਹਨੂੰ ਇਨ ਬਿਨ ਉਵੇਂ ਹੀ ਕਰਨੇ ਪੈਂਦੇ ਸਨ। ਜਿਵੇਂ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ, ਦਾਤਾਰ ਪਿਤਾ ਜੀ ਦੀ 9 ਸਾਲ ਦੀ ਉਮਰ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ, ਤੇ ਬ੍ਰਾਹਮਣ ਦੇ ਬਣਾਏ ਹੋਏ ਧਰਮ ਦੇ ਅਨੁਸਾਰ ਛਤਰੀ ਨੂੰ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਦੀ ਆਗਿਆ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਉਹ ਸਾਰਾ ਸਮਾਂ ਉਲੀਕਿਆ ਜਾਂਦਾ ਹੈ, ਪਰ ਕਿਸੇ ਦੀ ਹਿੰਮਤ ਨਹੀਂ ਵੀ ਬ੍ਰਾਹਮਣ ਨੂੰ ਖੜਾ ਹੋ ਕੇ ਸਵਾਲ ਕਰ ਸਕੇ ਕਿ ਬੰਦਾ ਪਰਮਾਤਮਾ ਨੇ ਇੱਕੋ ਵਰਗੇ ਸੰਸਾਰ ਵਿੱਚ ਪੈਦਾ ਕੀਤੇ ਨੇ, ਪਰ ਤੂੰ ਇਨਸਾਨਾਂ ਦੇ ਅੰਦਰ ਧਰਮ ਦੇ ਨਾਮ ਤੇ ਇਹ ਵੰਡੀਆਂ ਕਿਉਂ ਪਾਉਂਦਾ? ਤੂੰ ਬ੍ਰਾਹਮਣ ਦੇ ਲਈ ਵੱਖਰਾ ਜਨੇਊ, ਤੂੰ ਖੱਤਰੀ ਦੇ ਲਈ ਵੱਖਰਾ ਜਨੇਊ, ਤੂੰ ਵੈਸ਼ ਦੇ ਲਈ ਵੱਖਰਾ ਜਨੇਊ, ਤੇ ਸ਼ੂਦਰ ਨੂੰ, ਜਿਹਨੂੰ ਧਰਮ ਦੀ ਗੱਲ ਕਰਨ ਸੁਣਨ ਦਾ ਕੋਈ ਹੱਕ ਹੀ ਨਹੀਂ, ਤੈਨੂੰ ਇਸ ਸੰਸਾਰ ਦੇ ਅੰਦਰ ਇਹ ਅਥਾਰਟੀ ਕਿਸ ਨੇ ਦਿੱਤੀ ਹੈ? ਪਰ ਸੱਚ ਵਿੱਚ ਕੋਈ ਬੰਦਾ ਸਵਾਲ ਕਰਨ ਵਾਲਾ ਨਹੀਂ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, 9 ਸਾਲ ਦੀ ਉਮਰ ਦੇ ਅੰਦਰ ਸਭ ਤੋਂ ਪਹਿਲਾਂ ਸਵਾਲ ਕੀਤਾ ਪੰਡਤ ਹਰਦਿਆਲ ਨੂੰ
कि आ जिहड़ा जनेऊ तू मेरे तन ते पान लगा है, तू कहना इस जनेऊ नूं पा के मैं धर्मी बनांगा, ते फिर एक काम कर, मैं धर्मी बना इस तो पहला मेरी माँ ते मेरी भैन दे गल विच ये जनेऊ पाओ, ताकि मेरे तो पहला वो धर्मी बन जान, क्योंकि माँ दे राही मैं संसार विच आया ते भैन मेरे तो भी वड्डी है। धन गुरु नानक पातशाह जी की गल सुन के पंडित हरदयाल का जवाब सी भी औरत नूं जनेऊ पाण दा हक नहीं। मैं इस विषय ते विचार बहुत ही नहीं करना चाहता, पर जो अज बिरतांत या जो सतगुर ने अज सबजैक्ट सानू दिता है, इनके अंदर धन गुरु अमरदास जी ने जिक्र किया है करमी या कर्मां दा। ते करमी तो भाव है बाहरी पेख, बाहरी पहरावा। भाई साहब भाई गुरदास जी दे बहुत प्यारे अमृत बचन ने। गल होर थोड़ी जी समझ विच आएगी, बस ये बचन कह के आप इस पौड़ी दे अर्थ साझे करने ने। भाई साहब भाई गुरदास जी बख्शिश करते ने, कहते ने रस्ते दे अंदर तुरया जांदा मनुख जिहड़ा अपने घरों कोई मंजिल मिथ के चलिया है, उन्होंने रस्ते विच जांदियां रस्ते का पता नहीं, दोराहा आ गया है। हुण वो बड़ी विडंबना विच भी मैं किहड़ा रस्ता अख्तियार करा, किहड़ा रस्ता चूज करा कि मैं अपनी मंजिल ते पहुंच जावां। हुण वो घरों ते मंजिल लई तुरिया सी, पर उन्होंने रस्ते दी पता नहीं सी, रस्ते बाबत समझ नहीं सी। इस कारण वो हुण दोराहे ते खड़ा होया, किसी राहगीर नूं पुछदा भी भलिया मैं फलानी थां ते जाना है, ते कृपा कर मैं उस थां ते पहुंच जावां। इत्थे आके हुण दोराहा है, दो रस्ते ने, मैं किहड़े पासे जावां कि मेरी मंजिल मैनूं मिल जाए। हुण वो इंसान उस बंदे नूं मार्ग दसे कि आ रस्ता अख्तियार कर ले, इस रस्ते ते तुरिया जाई, इस रस्ते ते जांदा जाएगा ते तेनू तेरी मंजिल मिल जाएगी। हुण जिहड़ा पुछण वाला पथिक है, राहगीर है, वो हुण बंदे दी गल सुन के जिधर बंदे ने इशारा किया उधर जाण दी बजाए वो सिर्फ उसे थां ते खड़ा हो के लोकां कोलों पुछी जाए। ते भाई साहब भाई गुरदास कहंदे ने सिर्फ लोकां कोलों पुछण वाला इंसान अपनी मंजिल ते नहीं पहुंचदा। जो मार्ग बंदे नूं दस्सिया उस मार्ग ते तुरेगा ते मंजिल ते पहुंचेगा। फिर उन्होंने दूजी एग्जाम्पल दी, कहते ने कोई बंदा जिहड़ा तन करके रोगी है, कोई रोग शरीर नूं लगा है, वो किसी वैद कोलों जांदा है, डॉक्टर कोलों जांदा है, ते डॉक्टर नूं जाके कहंदा भी मैनूं आ रोग है ते इस रोग का इलाज कर, मैं बड़ा दुखी हाँ इस रोग तो। डॉक्टर उनकी नब्ज वेखदा है, उनके कोलों सारे सवाल जवाब पुछण तो बाद उन्होंने कुछ दवाइयां दे दिंदा है ते कहंदा है आ दवाई सवेरे दोपहर ते शाम नूं खानी है, इस दवाई नूं तू इन्ने दिन खाना है, पर एक गल चेते रखी, इस दवाई नूं खांदियां आ कुछ परहेज ने जिहड़े तू रखने ने बड़े जरूरी, ते जे तू ये परहेज नहीं रखेगा ते आ दवाई का असर तेरे ते नहीं होना। हुण वो बंदा डॉक्टर कोलों जाए, वैद कोलों जाए, दवाई भी खा रहा है, पर संजम ना रखे ते कुछ दिनों बाद दवाई मुक जाए ते फिर जाके डॉक्टर नूं वैद नूं आखे भी की कारण डॉक्टर साहब जी तुहाडी दवाई का कोई असर नहीं होया, मैं ठीक नहीं होया। ते जे डॉक्टर पूछे भी तेनू कोई संजम रखन लई आखिया सी कि वो संजम तू निभाया है, ये बंदा आखे भी नहीं, खाण पीण विच मैं कोई संजम नहीं रखिया, ते सियाणा वैद आखेगा बस यही कारण है, इहदे विच हुण दवाई दा जां मेरा कोई दोष नहीं, ये दोष तेरा अपना है क्योंकि तू संजम नहीं रखिया। जे संजम रख लेंदा ते अज तू तेनू दोबारा ना आउणा पैंदा, तेरा ये रोग ठीक हो जाना सी। भाई साहब भाई गुरदास जी कहते ने इसे तरह एक सुहागन जिंदा विआह होया है, पर उस विआह तो बाद वो अपने घर वाले दे नाल अक्सर लड़दी रहिंदी है, ते वो हुण जदों किसी दूजी सुहागन नूं वेखदी है
जिंदा पति उनके नाल बड़े अच्छे ढंग नाल गलबात करदा है, उनका कहना मनदा है, उनकी गल मनदा है, ते वो सुहागण जाके वो दूजी सुहागण नूं पुछे, आखे भी भैणे तेरा भी विआह जदों मेरा विआह होया उस वक्त होया सी, पर यह गल मैनूं सच दस कि मेरा पति मेरे हुक्म विच नहीं, मेरे कहने विच नहीं। साडे घर विच सदा कलेश हुंदा है, सदा लड़ाई हुंदी है, पर सच ये है भी तू अपने घर नूं इन्ना सुखी बना के किवें रखिया है। ते हुण वो औरत अगों सुहागण आखे भैणे इक्को ही जुगत है, तू अपने पति दे हुक्म नूं मन। जे तू अपने पति दे हुक्म नूं मन्नेगी ते पति भी तेरे हुक्म नूं मन्नेगा। जे तू अपने घर वाले दी गल मन्नेगी ते वो भी तेरी गल मन्नेगा, ते जे तू उनकी गल नहीं मन्नेगी ते सुभावक कि घर विच लड़ाई होनी जरूरी है, ये अवश्य होएगी, ये नियत है। सतगुरु गुरु ग्रंथ साहिब पातशाह जी ने जेड़े बचन कहे, भाई साहब भाई गुरदास जी दे अमोलक बचन ने, वो कहंदे पूछत पथिक तेह मार्ग ना धारे पग, प्रीतम कै देश कैसे बातन सह जाइए, पूछत है वैद खात औखद ना संजम सह, कैसे मिटे रोग सुख सहज समाइए। पातशाह जी दे बाबत कहते ने, पूछत सुहागण कर्म है दुहागण के, हृदय भी विचार कत सहजा बुलाइए, गाए सुने आंखें मीचे पाइए ना परम पद। जे उच्ची आत्मक अवस्था लैनी है ते भाई साहब भाई गुरदास कहते ने, सिर्फ अखां बंद कीतियां ते या सिर्फ कन्नां नाल सुनिया, गाए सुने आंखें मीचे, अखां बंद कर लईए, सुन भी लईए, गा भी लईए, पर पातशाह कहते ने गाए सुने ते तुरीए ना। जिवें गुरु रामदास साहब जी का एक बचन तुसी पढ़ते हो, पातशाह कहते ने, सेवक सिख पूजन सब आवें, सब गावे हर हर उत्तम बाणी, गाविया सुनिया तिनका हर थाए पावे, जिन सतगुर की आग्या सत सत कर मानी। हुण गाविया सुनिया उन्हां दा थां पैंदा है जिन्हां ने गुरु की आग्या नूं सत करके मन लिया। पर पातशाह कहते ने, जे सत करके मन्निया नहीं तो गुरु अमरदास पातशाह जी अज कह रहे ने, करमी सहज ना उपजै। भाई साहब भाई गुरदास जी कहते ने, गाए सुने आंखें मीचे पाइए ना परम पद, गुरु उपदेश गह जोलो ना कमाइए, जिदों तक गुरु दे उपदेश की कमाई नहीं। भाई साहब जी कहते ने, उन्नी देर तक सिर्फ अखां बंद कर लैनिया, बाहरी भेख पहरावा बना लैण नाल गल नहीं बनेगी। सच विच साध संगत अज सारी लोकाई दा जोर सिर्फ बाहरी पहरावे ते लगा होया है। तुसी वेखो भेख अज अजोके समय विच जदों मार्केट विच कोई नवा गुरु आंदा है, उनका पहरावा भी वखरा ही हुंदा है। कई बारी बंदा सोचता है भी मना बंदा असल विच गुणा नूं शीश झुका रहा है कि पहरावे नूं मत्था टेक रहा है। इंसान पहरावे नूं सिजदा करदा पिया है, अंदर दे गुणा नूं नहीं। यही कारण है भी साडी निगाह दे विच जिन्हें सिर्फ धर्मी बारी भेक बनावट बनाई है उही धर्मी है। ख्याल करियो कि सारा दिन इंसान जिहड़ा बाहर मुखी बड़ी मेहनत मुशक्कत दे नाल कर्म करदा है, मेहनत करदा है, 2 वक्त की रोटी खांदा है, साडी निगाह विच उस बंदे दी कोई वुकत नहीं। पर मेरे सतगुर पातशाह कहते ने, मेरी निगाह विच सब तो वड्डा राजा है जो नाम नाल जुड़िया है। एक बचन तुसी बाणी विच पढ़दे हो, सब कहते ने, बस्ता टूटी झुंपड़ी चीर सब छिन्ना, जात ना पत ना आदरो उद्यान परमिन्ना, राजा सगली सृष्ट का हर नाम मन, भिन्ना तिसकी धूड़ मन उधरै। उस जन दे चरनां दी धूड़ मिल जाए तो सतगुर कहते ने मन उधर जाता है। उधर जान का मतलब है मन अपने असल मकसद नूं समझ लेंदा है। जे इहो जे प्यारे गुरमुख जनां दे जीवन की कोई झलक मिल जाए, बाहरी पहरावा भेख, सतगुर कहते ने तेरे अंदर दियां चिंतावां नहीं मुका सकदा। करमी सहज ना उपजै, सिर्फ बाहरी भेख दे नाल सतगुर कहते ने तेरे अंदर दी कड़ौतन नहीं जाएगी, तेरे अंदर दे अवगुण नहीं मरनगे। तुसी गुरु नानक साहब जी का एक वचन पढ़ते हो, साहब कहते ने कोई बंदा
ਤੀਰਥ ਤੇ ਇਸ਼ਨਾਨ ਕਰਨ ਚੱਲਿਆ, ਤੇ ਜਿਸ ਵੇਲੇ ਉਹ ਤੀਰਥ ਤੇ ਇਸ਼ਨਾਨ ਕਰਨ ਜਾ ਰਿਹਾ ਸੀ, ਉਹਨੇ ਆਪਣੇ ਨਾਲਦਿਆਂ ਨੂੰ ਵੀ ਆਖਿਆ ਵੀ ਭਾਈ ਤੁਸੀਂ ਵੀ ਮੇਰੇ ਨਾਲ ਚੱਲੋ, ਆਪਾਂ ਸਭ ਤੀਰਥਾਂ ਤੇ ਇਸ਼ਨਾਨ ਕਰਕੇ ਆਈਏ। ਜਿਵੇਂ ਅਸੀਂ ਸਬੱਬ ਬਣਾਉਂਦੇ ਹਾਂ ਕੋਈ ਐਸਾ ਵੀ ਚਲੋ ਆਪਾਂ ਦਰਬਾਰ ਸਾਹਿਬ ਇਸ਼ਨਾਨ ਕਰਨ ਚੱਲੀਏ, ਚਲੋ ਆਪਾਂ ਹੇਮਕੁੰਟ ਸਾਹਿਬ ਇਸ਼ਨਾਨ ਕਰਨ ਚੱਲੀਏ। ਮੇਰੇ ਕਹਿਣ ਦਾ ਭਾਵ ਸਮਝਣਾ ਗੁਰਮਖੋ, ਇਹਨਾਂ ਮਤਲਬ ਇਹ ਨਾ ਲੈਣਾ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਦਰਬਾਰ ਸਾਹਿਬ ਇਸ਼ਨਾਨ ਕਰਨ ਤੋਂ ਭਾਈ ਸਾਹਿਬ ਜੀ ਤੁਹਾਨੂੰ ਮਨਾ ਕਰਦੇ ਪਏ ਨੇ। ਇਸ਼ਨਾਨ ਕਰੋ, ਪਰ ਉਹਦੇ ਪਿੱਛੇ ਸਤਿਗੁਰ ਦੇ ਦਿੱਤੇ ਹੋਏ ਮੰਤਵ ਨੂੰ ਕਦੇ ਨਾ ਭੁੱਲੋ। ਗੁਰੂ ਨੇ ਸਰੋਵਰ ਕਿਉਂ ਦਿੱਤੇ, ਇਸ ਮੰਤਵ ਨੂੰ ਕਦੇ ਨਾ ਭੁੱਲੋ। ਜੇ ਸਰੋਵਰ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਅੰਦਰੋਂ ਮੇਰ ਤੇਰ ਦੀ ਭਾਵਨਾ ਹੀ ਨਾ ਮੁੱਕੀ, ਜੇ ਉੱਚੇ ਨੀਵੇਂ ਦੀ ਫੀਲਿੰਗ ਹੀ ਨਾ ਮੁੱਕੀ, ਖਤਮ ਹੋਈ, ਜੇ ਅਜੇ ਵੀ ਗਰੀਬ ਬੰਦਾ ਗਰੀਬ ਦਿਸਦਾ, ਮਾੜਾ ਦਿਸਦਾ, ਨਿਮਾਣਾ ਦਿਸਦਾ, ਨਿਤਾਣਾ ਦਿਸਦਾ, ਤੇ ਸਤਿਗੁਰ ਕਹਿੰਦੇ ਨੇ ਫਿਰ ਤੇਰਾ ਇਹਨਾਂ ਤੀਰਥਾਂ ਤੇ ਚੁਬੀਆਂ ਮਾਰਨਾ ਇੰਜ ਹੈ ਜਿਵੇਂ ਡੱਡੂ ਪਾਣੀ ਦੇ ਅੰਦਰ ਚੁਬੀਆਂ ਮਾਰਦਾ। ਅੰਤਰ ਮੈਲ ਜੇ ਤੀਰਥ ਨਾ ਵੈ, ਸਭ ਕਹਿੰਦੇ ਨੇ ਤਿਸ ਬੈ ਕੁੰਠ ਨਾ ਜਾਣਾ, ਕਰਮੀ ਸਹਿਜ ਨਾ ਉਪਜੈ, ਵਿਦ ਸਹਿਜੈ ਸਹਿਸਾ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਦੇ ਪਾਤਸ਼ਾਹ ਕਹਿੰਦੇ ਉਸ ਮਿੱਤਰ ਨੇ, ਉਸ ਬੰਦੇ ਨੇ ਆਪਣੇ ਨਾਲ ਦੇ ਮਿੱਤਰਾਂ ਨੂੰ ਆਖਿਆ ਵੀ ਮੈਂ ਚੱਲਿਆ ਤੀਰਥ ਤੇ ਇਸ਼ਨਾਨ ਕਰਨ, ਜੇ ਤੁਸੀਂ ਵੀ ਜਾਣਾ ਹੈ ਤੇ ਤਿਆਰ ਹੋਵੋ। ਕਈ ਸੱਜਣ ਨਾਲ ਤਿਆਰ ਹੋਏ, ਇੱਕ ਸਮਝ ਰੱਖਣ ਵਾਲਾ ਸੀ, ਉਹਨੇ ਆਖਿਆ ਵੀ ਚੱਲਿਆ ਮੇਰੇ ਕੋਲੋਂ ਸਮਾਂ ਨਹੀਂ, ਪਰ ਮੇਰਾ ਇੱਕ ਕੰਮ ਕਰ ਦੇ, ਤੂੰ ਤੀਰਥਾਂ ਤੇ ਇਸ਼ਨਾਨ ਕਰਨ ਚੱਲਿਆ ਤੇ ਕੰਮ ਕਰੀ, ਮੈਂ ਤੈਨੂੰ ਇੱਕ ਲੱਕੜ ਦੇਣਾ, ਇਹ ਲੱਕੜ ਲੈ ਜਾ, ਜਿੱਥੇ ਤੂੰ ਇਸ਼ਨਾਨ ਕਰੇਗਾ ਉੱਥੇ ਇਸ ਲੱਕੜ ਨੂੰ ਵੀ ਇਸ਼ਨਾਨ ਕਰਾ ਦੇ। ਹੁਣ ਉਹ ਬੰਦਾ ਸਿਰਫ ਸਮਝਾਉਣਾ ਚਾਹੁੰਦਾ ਸੀ, ਇਸ ਇਨਸਾਨ ਨੇ ਬੜੀ ਖੁਸ਼ੀ ਨਾਲ ਉਹ ਲੱਕੜ ਫੜ ਲਈ। ਹੁਣ ਤੀਰਥਾਂ ਤੇ ਇਸ਼ਨਾਨ ਕਰਦਾ, ਜਿੱਥੇ ਆਪ ਚੁੱਭੀ ਮਾਰਦਾ ਉੱਥੇ ਲੱਕੜ ਨੂੰ ਵੀ ਇਸ਼ਨਾਨ ਕਰਾਉਂਦਾ। ਵਾਪਸ ਪਰਤਿਆ ਤੇ ਆ ਕੇ ਬੜੇ ਚਾਅ ਦੇ ਨਾਲ ਆਪਣੇ ਮਿੱਤਰ ਨੂੰ ਮਿਲਿਆ ਤੇ ਉਹਨੂੰ ਕਹਿੰਦਾ ਵੀ ਵੇਖ ਮੈਂ ਤੀਰਥਾਂ ਦਾ ਇਸ਼ਨਾਨ ਕਰਕੇ ਆ ਗਿਆ, ਤੂੰ ਜਿਹੜੀ ਲੱਕੜ ਮੈਨੂੰ ਦਿੱਤੀ ਸੀ ਜਿੱਥੇ ਮੈਂ ਇਸ਼ਨਾਨ ਕੀਤਾ, ਮੈਂ ਇਹਨੂੰ ਵੀ ਇਸ਼ਨਾਨ ਕਰਾ ਕੇ ਲਿਆਇਆ। ਬਲਕਿ ਆਪਣੇ ਨਾਲੋਂ ਜ਼ਿਆਦਾ ਮੈਂ ਭਾਵੇਂ 2 ਚੁਬੀਆਂ ਮਾਰੀਆਂ ਹੋਣ, ਪਰ ਮੈਂ ਇਹਨੂੰ 4 ਚੁਬੀਆਂ ਮਰਵਾਈਆਂ ਨੇ, ਆਪਣੇ ਤੋਂ ਵੱਧ ਇਹਨੂੰ ਇਸ਼ਨਾਨ ਕਰਾਇਆ। ਉਸ ਬੰਦੇ ਨੇ ਆਖਿਆ ਵੀ ਤੇਰਾ ਬਹੁਤ ਧੰਨਵਾਦ, ਤੂੰ ਮੇਰੀ ਕਈ ਗੱਲ ਨੂੰ ਪ੍ਰਵਾਨ ਕੀਤਾ, ਮੰਨਿਆ। ਉਸ ਇਨਸਾਨ ਨੂੰ ਲੱਕੜ ਦਿੱਤੀ ਤੇ ਉਸ ਸਿਆਣੇ ਸੱਜਣ ਨੇ ਉਸ ਲੱਕੜ ਨੂੰ ਆਪਣੇ ਦੰਦਾਂ ਦੇ ਥੱਲੇ ਰੱਖਿਆ ਤੇ ਕੌੜੀ ਆਪਣੇ ਮਿੱਤਰ ਨੂੰ ਕਿਹਾ, ਕਹਿਣ ਲੱਗਾ ਤੂੰ ਇਸ਼ਨਾਨ ਕਰਕੇ ਜ਼ਰੂਰ ਆਇਆ ਹੈ, ਪਰ ਤੂੰ ਇਸ ਲੱਕੜ ਨੂੰ ਇਸ਼ਨਾਨ ਨਹੀਂ ਕਰਾਇਆ, ਤੂੰ ਇਹਨੂੰ ਨਹੀਂ ਇਸ਼ਨਾਨ ਕਰਾਇਆ। ਉਹ ਕਹਿਣ ਲੱਗਾ ਨਹੀਂ, ਮੈਂ ਜਿੱਥੇ ਇਸ਼ਨਾਨ ਕੀਤਾ ਇਸ ਲੱਕੜ ਨੂੰ ਵੀ ਇਸ਼ਨਾਨ ਕਰਾਇਆ ਹੈ। ਉਹ ਕਹਿੰਦਾ ਮੈਂ ਤੇਰੀ ਗੱਲ ਨਹੀਂ ਮੰਨ ਸਕਦਾ, ਜਿਸ ਦਿਨ ਤੈਨੂੰ ਮੈਂ ਲੱਕੜ ਦਿੱਤੀ ਸੀ ਉਸ ਦਿਨ ਇਹ ਇਸੇ ਤਰ੍ਹਾਂ ਹੀ ਕੌੜੀ ਸੀ, ਅੱਜ ਵੀ ਇਹ ਲੱਕੜ ਉਸੇ ਤਰ੍ਹਾਂ ਕੌੜੀ ਹੈ। ਜੇ ਇੰਨੀਆਂ ਜਗ੍ਹਾ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਇਹਦੀ ਕੜਤਨ ਨਹੀਂ ਮੁੱਕੀ ਤੇ ਫਿਰ ਇਹਦਾ ਇਸ਼ਨਾਨ ਕਰਨ ਦਾ ਲਾਭ ਕੀ। ਅੱਗੋਂ ਬੰਦਾ ਕਹਿਣ ਲੱਗੇ ਭਲਿਆ ਮੈਨੂੰ ਲੱਗਦਾ ਵੀ ਤੇਰਾ ਦਿਮਾਗੀ ਤਵਾਜ਼ਨ ਗਵਾਚ ਗਿਆ ਹੈ, ਲੱਕੜ ਦੇ ਅੰਦਰ ਦੀ ਕੜਤਨ ਬਾਹਰੋਂ ਇਸ਼ਨਾਨ ਕੀਤਿਆਂ ਕਿਵੇਂ ਚਲੀ ਜਾਏਗੀ। ਉਹ ਸਿਆਣਾ ਸੱਜਣ ਕਹਿੰਦਾ ਬਸ ਮੈਂ ਤੈਨੂੰ ਇਹੀ ਸਮਝਾਉਣਾ ਚਾਹਨਾ ਕਿ ਜਿਹੜੀ ਮੈਲ ਮਨ ਦੇ ਅੰਦਰ ਹੈ, ਸਿਰਫ ਬਾਹਰੋਂ ਨਹਾਤਿਆਂ ਉਹ ਮੈਲ ਕਿਵੇਂ ਦੂਰ ਹੋ ਜਾਏਗੀ। ਉਹ ਮੈਲ ਤੇ ਧੁਲੇਗੀ ਗੁਰੂ ਦੇ ਦਿੱਤੇ ਹੋਏ ਸ਼ਬਦ ਗਿਆਨ ਦੇ ਨਾਲ, ਜਿਹਨੂੰ ਸਾਹਿਬ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸਾਹਿਬ ਕਹਿੰਦੇ ਨੇ ਇਹ ਤੇ ਮੈਲ ਮੁਕਣੀ ਸੀ ਗੁਰੂ ਦੇ ਦਿੱਤੇ ਅਗੰਮੀ ਗਿਆਨ ਦੇ ਨਾਲ। ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਨਾਮਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੁਈ ਪਾ ਚੜੀਏ ਸਹੋਰ, ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾਂ ਚੋਰ। ਸਭ ਕਹਿੰਦੇ ਨੇ ਚੋਰ ਭਾਵ ਜਿੰਦੀ ਬਿਰਤੀ ਦੇ ਅੰਦਰ ਮੈਲ ਏ ਉਹ ਤੀਰਥ ਤੇ ਇਸ਼ਨਾਨ ਕਰਕੇ ਵੀ ਮੈਲਾ ਹੀ ਰਹੇਗਾ, ਤੇ ਜਿਹੜਾ ਸਾਧ ਦੇ ਸਤਿਗੁਰ ਕਹਿੰਦੇ ਨੇ ਭਾਵੇਂ ਸਾਰੀ ਜ਼ਿੰਦਗੀ ਵੀ ਤੀਰਥ ਤੇ ਨਾ ਜਾਏ, ਸਾਧ ਤਾਂ ਵੀ ਸਾਧ ਹੀ ਰਹੇਗਾ, ਉਹਨੇ ਚੋਰ ਨਹੀਂ ਬਣ ਜਾਣਾ। ਬਸ ਇੰਨੀ ਗੱਲ ਸਮਝ ਲਈਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ, ਸਿਰਫ ਬਾਹਰੀ ਭੇਖ ਦੇ ਨਾਲ
ਇਸ ਮਨ ਦੇ ਅੰਦਰ ਸਹਿਜ ਆਤਮਕ ਅਡੋਲਤਾ ਆਨੰਦ ਪੈਦਾ ਨਹੀਂ ਹੋਏਗਾ। ਵਿਣ ਸਹਿਜੈ ਸਹਸਾ ਨਾ ਜਾਏ, ਤੇ ਆਤਮਕ ਆਨੰਦ ਆਤਮਕ ਅਡੋਲਤਾ ਤੋਂ ਬਿਨਾ ਮਨ ਦੇ ਅੰਦਰ ਦੇ ਸਹਸੇ, ਮਨ ਦੇ ਅੰਦਰ ਦੀਆਂ ਚਿੰਤਾਵਾਂ ਮੁੱਕਣਗੀਆਂ ਨਹੀਂ। ਇਹ ਅੰਦਰ ਦੇ ਝੋਰੇ, ਇਹ ਅੰਦਰ ਦਾ ਸਹਿਮ, ਅੰਦਰ ਦੀ ਚਿੰਤਾ ਗੁਰੂ ਦੇ ਦਿੱਤੇ ਗਿਆਨ ਨਾਲ ਮੁੱਕੇਗੀ। ਬੰਦਾ ਤੇ ਪਦਾਰਥਾਂ ਦੀ ਚਿੰਤਾ ਕਰਦਾ ਪਿਆ, ਗੁਰੂ ਨੇ ਤੇ ਗਿਆਨ ਦਿੱਤਾ। ਗੁਰੂ ਨੇ ਆਖਿਆ ਨਹੀਂ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਗੁਰੂ ਨੇ ਆਖਿਆ ਤੂੰ ਚਿੰਤਾ ਨਾ ਕਰ, ਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। ਸਾ ਸਾ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨੰ। ਮੁਖ ਤਲੈ ਪੈਰ ਉਪਰੋ, ਵਸੰਦੋ ਕੋ ਹਥੜੈ ਤਾਏ। ਨਾਨਕ ਸੋ ਧਨੀ ਕਿਉ ਵਿਸਾਰੇ, ਉਦਰੈ ਜਿਸ ਦੇ ਨਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਵਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ। ਸ਼ਬਦਾਂ ਨੂੰ ਸਮਝਣਾ, ਨਹਿ ਜਾਏ ਨਹੀਂ ਜਾਂਦਾ, ਸਹਸਾ ਚਿੰਤਾ, ਕਿਤੈ ਸੰਜਮ ਕਿਸੇ ਵੀ ਬਾਹਰਮੁਖੀ ਸੰਜਮ ਦੇ ਨਾਲ, ਬਾਹਰਮੁਖੀ ਕੀਤੇ ਯਤਨਾਂ ਦੇ ਨਾਲ ਅੰਦਰ ਦੀ ਚਿੰਤਾ ਨਹੀਂ ਮੁੱਕਦੀ। ਅੰਦਰ ਦੀ ਚਿੰਤਾ ਤਾਂ ਮੁੱਕੇਗੀ, ਅੰਦਰ ਦੇ ਸਹਿਮ, ਅੰਦਰ ਦੀਆਂ ਲੜਾਈਆਂ ਤਾਂ ਮੁੱਕਣਗੀਆਂ ਜੇ ਅੰਦਰੋਂ ਇਸ ਹਿਰਦੇ ਨੂੰ ਗਿਆਨ ਹੋ ਜਾਏਗਾ। ਜੇ ਅੰਦਰੋਂ ਗਿਆਨ ਨਹੀਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਸਹਸਾ ਜਿਉ ਮਲੀਨ ਹੈ। ਇਹਨਾਂ ਚਿੰਤਾਵਾਂ ਦੇ ਨਾਲ, ਇਹਨਾਂ ਬਾਹਰਮੁਖੀ ਝੋਰਿਆਂ ਦੇ ਨਾਲ, ਇਹਨਾਂ ਬਾਹਰਮੁਖੀ ਬਨਾਵਟ ਦੇ ਨਾਲ ਸਭ ਕਹਿੰਦੇ ਨੇ ਇਹ ਜਿੰਦ ਮਲੀਨ ਹੋ ਗਈ ਏ, ਮੈਲੀ ਹੋ ਗਈ ਏ, ਇਹਨੂੰ ਅੰਦਰੋਂ ਮੈਲ ਲੱਗ ਗਈ ਏ। ਤੇ ਸਤਿਗੁਰ ਕਹਿੰਦੇ ਨੇ ਕਿਤ ਸੰਜਮ ਧੋਤਾ ਜਾਏ। ਹੁਣ ਬਾਹਰੋਂ ਧੋਣ ਦੇ ਨਾਲ ਸਭ ਕਹਿੰਦੇ ਨੇ ਮੈਲ ਕਿਵੇਂ ਉਤਰ ਜਾਏਗੀ। ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਸਭ ਕਹਿੰਦੇ ਨੇ ਭਾਂਡੇ ਨੂੰ ਧੋ, ਇਹਨੂੰ ਪਰਮਾਤਮਾ ਦੇ ਨਾਮ ਦੀ ਧੂਪ ਦੇ, ਫਿਰ ਇਹਦੇ ਅੰਦਰ ਸੱਚੇ ਚੰਗੇ ਕਰਮਾਂ ਦਾ ਦੁੱਧ ਪਾ। ਆਹ ਯੁੱਗ ਤੇ ਪਾਤਸ਼ਾਹ ਕਹਿੰਦੇ ਨੇ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਆਪਣੇ ਇਸ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਦਿੱਤੇ ਗਿਆਨ ਦੇ ਨਾਲ ਅੰਦਰੋਂ ਧੋਵੋ, ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਪਾਤਸ਼ਾਹ ਜੀ ਕਹਿੰਦੇ ਨੇ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਮ ਜਾਏ। ਗੁਰੂ ਦੀ ਕਿਰਪਾ ਨਾਲ ਫਿਰ ਤੇਰੇ ਅੰਦਰ ਮਾਲਕ ਦੀ ਬਖਸ਼ਿਸ਼ ਵਰਤੇਗੀ, ਸਹਿਜ ਉਪਜੇਗਾ। ਸਹਿਜ ਦਾ ਮਤਲਬ ਹੈ ਆਤਮਕ ਅਡੋਲਤਾ। ਇਹ ਸਹਿਸਾ ਇਮ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਸਹਿਸਾ, ਇਹ ਚਿੰਤਾ ਇਸ ਤਰੀਕੇ ਨਾਲ ਮੁੱਕੇਗੀ। ਹੋਰ ਕੋਈ ਜੁਗਤ ਨਹੀਂ ਇਸ ਅੰਦਰ ਦੇ ਸਹਿਮ ਨੂੰ ਮੁਕਾਉਣ ਦੇ ਲਈ। ਸਿਰਫ ਬਾਹਰੀ ਭੇਖ ਪਹਿਰਾਵਾ ਤੇ ਬਾਹਰੀਆਂ ਜੁਗਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਅੰਦਰ ਦੇ ਸਹਿਮ ਨੂੰ ਮੁਕਾ ਨਹੀਂ ਸਕਦੀਆਂ। ਸਤਿਗੁਰ ਨੇ ਬਾਣੀ ਵਿੱਚ ਬੇਅੰਤ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਨੇ। ਹਰ ਹਰ ਕਰੈ ਨਿਤ ਕਪਟ ਕਮਾਵੇਂ। ਪਾਤਸ਼ਾਹ ਕਹਿੰਦੇ ਨੇ, ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਜਾਏ। ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕੇ ਜੀਵਿਆ ਲੱਗਾ ਪੜਨ ਸ਼ਲੋਕ। ਕੁਹੱਥੀ ਜਾਏ ਸੁਟਿਆ ਕਿਸ ਇਹ ਲੱਗਾ ਦੋਖ। ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਨ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਸਤਿਗੁਰ ਕਹਿੰਦੇ ਨੇ, ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ। ਹੁਣ ਸਾਰੇ ਸ਼ਲੋਕ ਵਿੱਚ ਸਤਿਗੁਰ ਨੇ ਸਿਰਫ ਬਾਹਰੀ ਭੇਖ ਤੇ ਬਾਹਰੀ ਕਰਮਾਂ ਦਾ ਖੰਡਨ ਕੀਤਾ ਹੈ। ਸਤਿਗੁਰ ਕਹਿੰਦੇ ਨੇ, ਬਾਹਰੋਂ ਸੁੱਚਾ ਹੋ ਕੇ ਬਹਿ ਗਏ, ਬਾਹਰੋਂ ਸੁੱਚਾ ਹੋ ਕੇ ਜ਼ੁਬਾਨ ਤੋਂ ਸਿਰਫ ਸ਼ਲੋਕ ਪੜ੍ਹਦਾ ਹੈ, ਧਰਮ ਦੇ ਗ੍ਰੰਥ ਦੇ ਵਿਚਾਰ ਪੜ੍ਹਦਾ ਹੈ, ਪਰ ਸਤਿਗੁਰ ਕਹਿੰਦੇ ਨੇ ਅੰਦਰੋਂ ਟਿਕਿਆ ਕੋਈ ਨਹੀਂ। ਅੰਦਰ ਟਿਕਾ, ਅੰਦਰ ਮਾਲਕ ਦਾ ਨਾਮ ਕੋਈ ਨਹੀਂ, ਅੰਦਰ ਉਹ ਭਾਵਨਾ ਕੋਈ ਨਹੀਂ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਗੁਰੂ ਦੀ ਕਿਰਪਾ ਜਦੋਂ ਵਰਤੇਗੀ ਫਿਰ ਤੇਰੇ ਅੰਦਰ ਆਤਮਕ ਅਡੋਲਤਾ ਆਏਗੀ। ਤੇ ਜਦੋਂ ਤੇਰਾ ਅੰਦਰ ਆਤਮਕ ਅਡੋਲਤਾ ਵਿੱਚ ਟਿਕ ਗਿਆ ਫਿਰ ਇਹ ਸਹਿਸਾ ਇਮ ਜਾਏ। ਫਿਰ ਤੇਰੀਆਂ ਇਹ ਚਿੰਤਾਵਾਂ ਇੰਜ ਮੁੱਕ ਜਾਣਗੀਆਂ। ਬਾਹਰੀ ਭੇਖ ਨਾਲ ਨਹੀਂ, ਗੁਰੂ ਦੇ ਉਪਦੇਸ਼ ਨੂੰ ਕਮਾਇਆ ਮੁੱਕਦੀਆਂ ਨੇ। ਬਾਹਰੀ ਪਹਿਰਾਵੇ ਦੀ ਬਣਤਰ ਦੇ ਨਾਲ ਨਹੀਂ, ਗੁਰੂ ਦੇ ਉਪਦੇਸ਼ ਨਾਲ ਜੁੜਿਆ ਇਹ ਚਿੰਤਾਵਾਂ ਮੁੱਕਦੀਆਂ ਨੇ। ਤਾਂ ਹੀ ਸਤਿਗੁਰ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ।
ਤਿਨਾ ਪੀ ਰੋਜੀ ਦੇ। ਉਥੇ ਹਟ ਨਾ ਚੱਲਈ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਸਹਿਬ ਕਿਰਪਾ ਕਰਨ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਨਾਮਰਤ ਅਮੋਲਕ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।